ਬ੍ਰਹਮ ਗਿਆਨੀ ਤੋਂ ਭਾਵ ਜਿਸ ਨੂੰ ਬ੍ਰਹਮ ਦਾ ਗਿਆਨ ਹੋ ਗਿਆ। ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਕੇਵਲ ਤਾਂ ਕੇਵਲ ਇੱਕੋ ਵਾਹਿਗੁਰੂ ਦੇ ਲਈ ਪਿਆਰ ਵਸਦਾ ਹੈ। ਜਾਂ ਕਹਿ ਸਕਦੇ ਹਾਂ ਬ੍ਰਹਮ ਗਿਆਨੀ ਦਾ ਹਿਰਦਾ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਇੱਕੋ ਅਕਾਲ ਪੁਰਖ ਵਾਹਿਗੁਰੂ ਦੇ ਲਈ ਪਿਆਰ, ਤੇ ਹਿਰਦਾ ਵਾਹਿਗੁਰੂ ਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ। ਹੁਣ ਜਦੋਂ ਨਾਮ ਦਾ ਰੰਗ ਚੜ ਗਿਆ, ਨਾਮ ਦਾ ਰੰਗ ਐਸਾ ਹੈ ਸਾਧ ਸੰਗਤ ਜੀ, ਜੋ ਭਾਵੇਂ ਸਰੀਰ ਰਵੇ ਨਾ ਰਵੇ, ਪਰ ਨਾਮ ਦਾ ਜਿਹੜਾ ਰੰਗ ਹੈ ਇਹ ਲੱਥਦਾ ਨਹੀਂ। ਕਿਉਂਕਿ ਬਚਨ ਹੁੰਦਾ ਹੈ, ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇ ਬੁਝਾਏ, ਜੋ ਕਦੇ ਉਤਰਦਾ ਨਹੀਂ। ਬ੍ਰਹਮ ਗਿਆਨੀ ਕੈ ਵਸੈ ਪ੍ਰਭ ਸੰਗ, ਤਾਈਓ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਗਿਆਨੀ ਦੇ ਅੰਗ ਸੰਗ ਰਹਿੰਦਾ ਹੈ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ। ਆਧਾਰ ਤੋਂ ਭਾਵ ਹੈ ਆਸਰਾ। ਆਮ ਦੁਨਿਆਵੀ ਲੋਕ ਆਪਾਂ ਜਿੱਥੇ ਆਸਰਾ ਅਕਾਲ ਪੁਰਖ ਵਾਹਿਗੁਰੂ ਤੇ ਰੱਖ ਕੇ ਸਾਨੂੰ ਜੀਵਨ ਬਤੀਤ ਕਰਨਾ ਚਾਹੀਦਾ ਹੈ, ਜਿਹਦੇ ਨਾਲ ਸਾਡਾ ਪਾਰ ਉਤਾਰ ਹੈ। ਪਰ ਕਈ ਵਾਰ ਜੀਵਨ ਵਿੱਚ ਮਨੁੱਖ ਐਸਾ ਡੋਲਦਾ ਹੈ, ਐਸੇ ਹਾਲਾਤ ਬਣਦੇ ਨੇ ਵੀ ਕਿਤੇ ਨਾ ਕਿਤੇ ਵਿਸ਼ਵਾਸ ਵਿੱਚ ਕਈ ਵਾਰ ਕਮੀ ਆ ਜਾਂਦੀ ਹੈ ਵੀ ਇਹ ਦੁੱਖ ਹੈ ਤੇ ਕਿਉਂ ਆਇਆ। ਪਰ ਜੋ ਬ੍ਰਹਮ ਗਿਆਨੀ ਹੈ ਉਹ ਵਾਹਿਗੁਰੂ ਦੀ ਰਜ਼ਾ ਵਿੱਚ ਰਹਿੰਦਾ, ਉਹਦੇ ਵਿਸ਼ਵਾਸ ਵਿੱਚ ਕਦੇ ਕਮੀ ਨਹੀਂ ਹੁੰਦੀ। ਭਾਵੇਂ ਦੁੱਖ ਆਵੇ ਸੁੱਖ ਆਵੇ, ਦੁੱਖ ਵਿੱਚ ਵੀ ਵਾਹਿਗੁਰੂ ਦਾ ਸ਼ੁਕਰਾਨਾ ਤੇ ਸੁੱਖ ਵੇਲੇ ਵੀ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ। ਜਿੱਥੇ ਸੁੱਖ ਨੂੰ ਹੱਸ ਕੇ ਕਬੂਲ ਕਰਦਾ ਹੈ, ਉੱਥੇ ਦੁੱਖ ਨੂੰ ਵੀ ਬ੍ਰਹਮ ਗਿਆਨੀ ਹੱਸ ਕੇ ਕਬੂਲ ਕਰ ਲੈਂਦਾ ਹੈ। ਕਿਉਂਕਿ ਬ੍ਰਹਮ ਗਿਆਨੀ ਦੇ ਮਨ ਵਿੱਚ ਕੇਵਲ ਤਾਂ ਕੇਵਲ ਵਾਹਿਗੁਰੂ ਦੇ ਨਾਮ ਦੀ ਟੇਕ ਹੈ। ਵਾਹਿਗੁਰੂ ਦੇ ਨਾਮ ਦੇ ਆਸਰੇ ਪਰਿਪੂਰਨ ਪ੍ਰਮਾਤਮਾ ਦੇ ਸਹਾਰੇ ਬ੍ਰਹਮ ਗਿਆਨੀ ਆਪਣਾ ਜੀਵਨ ਬਤੀਤ ਕਰਦਾ ਹੈ। ਬ੍ਰਹਮ ਗਿਆਨੀ ਕੈ ਨਾਮ ਪਰਿਵਾਰ। ਹੁਣ ਬ੍ਰਹਮ ਗਿਆਨੀ ਦੇ ਲਈ ਕੇਵਲ ਤਾਂ ਕੇਵਲ ਵਾਹਿਗੁਰੂ ਦਾ ਨਾਮ ਹੀ ਉਹਦਾ ਪਰਿਵਾਰ ਹੈ, ਸਭ ਕੁਝ ਹੈ। ਮਨੁੱਖ ਆਪਣੇ ਪਰਿਵਾਰ ਦੇ ਲਈ ਦਿਨ ਰਾਤ ਮਿਹਨਤ ਮਸ਼ੱਕਤ ਕਰਦਾ ਹੈ, ਪਰ ਗੁਰੂ ਸਾਹਿਬ ਨੇ ਸਮਝਾ ਦਿੱਤਾ ਹੈ ਬ੍ਰਹਮ ਗਿਆਨੀ ਸੰਸਾਰਕ ਮੋਹ ਮਾਇਆ ਤੋਂ ਬਹੁਤ ਪਰਾਂ ਹੈ। ਜਾਂ ਕਹਿ ਸਕਦੇ ਹਾਂ ਸੰਸਾਰਕ ਮੋਹ ਮਾਇਆ ਦਾ ਬ੍ਰਹਮ ਗਿਆਨੀ ਤੇ ਰੱਤਾ ਪਰ ਵੀ ਪ੍ਰਭਾਵ ਨਹੀਂ। ਉਹਦੇ ਲਈ ਵਾਹਿਗੁਰੂ ਦਾ ਨਾਮ ਹੀ ਉਹਦਾ ਪਰਿਵਾਰ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ, ਤੇ ਬ੍ਰਹਮ ਗਿਆਨੀ ਸਦਾ ਵਿਕਾਰਾਂ ਦੇ ਹਮਲੇ ਵੱਲੋਂ ਸੁਚੇਤ ਰਹਿੰਦਾ ਹੈ, ਸਦਾ ਜਾਗਦਾ ਰਹਿੰਦਾ ਹੈ ਵਿਕਾਰਾਂ ਦੇ ਟਾਕਰੇ ਵਿੱਚ। ਕਿਉਂਕਿ ਜਾਗਣਾ ਵੀ ਦੋ ਤਰ੍ਹਾਂ ਦਾ ਮੰਨਿਆ ਗੁਰਮਤ ਨੇ। ਇੱਕ ਆਮ ਕਰਕੇ ਆਪਾਂ ਸਾਰੇ ਸੰਸਾਰਕ ਜੀਵ ਜਾਗਦੇ ਹਾਂ, ਪਰ ਇੱਕ ਆਤਮਿਕ ਤੌਰ ਤੇ ਜਾਗਣਾ ਹੈ, ਜਿਹਦੇ ਬਾਬਤ ਵਚਨ ਹੁੰਦਾ ਹੈ, ਜਾਗਣਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਣਾ। ਬ੍ਰਹਮ ਗਿਆਨੀ ਹਰ ਵਕਤ ਵਿਕਾਰਾਂ ਦੇ ਟਾਕਰੇ ਸੁਚੇਤ ਰਹਿੰਦਾ ਹੈ, ਜਾਗਦਾ ਰਹਿੰਦਾ ਹੈ। ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ, ਤੇ ਨਾਮ ਜਪ ਕੇ ਬ੍ਰਹਮ ਗਿਆਨੀ ਜੋ ਅਹੰਕਾਰ ਵਾਲੀ ਮੱਤ ਹੈ ਨਾ, ਮੈਂ ਕਰਨ ਵਾਲੀ ਮੱਤ ਛੱਡ ਦਿੰਦਾ ਹੈ। ਬ੍ਰਹਮ ਗਿਆਨੀ ਆਪਣੇ ਅੰਦਰੋਂ ਅਹੰਕਾਰ ਨੂੰ ਮੀਟ ਲੈਂਦਾ ਹੈ। ਬ੍ਰਹਮ ਗਿਆਨੀ ਕੈ ਮਨ ਪਰਮ ਆਨੰਦ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਪਰਮਾਨੰਦ ਤੋਂ ਭਾਵ ਹੈ ਪਰਮ ਆਨੰਦ ਵਾਲਾ ਪ੍ਰਭੂ ਅਕਾਲ ਪੁਰਖ ਵਾਹਿਗੁਰੂ, ਉੱਚੇ ਸੁਖ ਦਾ ਮਾਲਕ। ਬ੍ਰਹਮ ਗਿਆਨੀ ਦੇ ਮਨ ਵਿੱਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ, ਜੋ ਆਪ ਪਰਮ ਆਨੰਦ ਹੈ, ਜੋ ਸਾਰੇ ਸੁੱਖਾਂ ਦਾ ਮਾਲਕ ਹੈ, ਸਾਰੀਆਂ ਦਾਤਾਂ ਦਾ ਜੋ ਮਾਲਕ ਹੈ, ਉਹਦੇ ਹਿਰਦੇ ਵਿੱਚ ਵਸਦਾ ਹੈ, ਉਹਦੇ ਮਨ ਵਿੱਚ ਵਸਦਾ ਹੈ। ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਤਾਈਓ ਗੁਰੂ ਸਾਹਿਬ ਆਖਦੇ ਨੇ ਉਸ ਦੇ ਹਿਰਦੇ ਰੂਪੀ ਘਰ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ। ਉਹ ਆਤਮਿਕ ਆਨੰਦ ਨੂੰ ਮਾਣਦਾ ਹੈ, ਹਰ ਵਕਤ ਉਹਦਾ ਮਨ ਖੁਸ਼ੀ ਖੜਾਓ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਸਹਿਜ ਤੋਂ ਭਾਵ ਹੈ ਅਡੋਲਤਾ ਵਾਲੀ ਹਾਲਤ। ਬ੍ਰਹਮ ਗਿਆਨੀ ਸੁਖ ਤੇ ਸ਼ਾਂਤੀ ਵਿੱਚ ਟਿਕਿਆ ਰਹਿੰਦਾ ਹੈ, ਅਡੋਲ ਰਹਿੰਦਾ ਹੈ, ਉਹਦਾ ਮਨ ਡੋਲਦਾ ਨਹੀਂ, ਮਨ ਭਟਕਦਾ ਨਹੀਂ, ਹਰ ਵਕਤ ਆਨੰਦ ਵਿੱਚ,
ਹਰ ਵਕਤ ਆਨੰਦ ਵਿੱਚ ਜੀਵਨ ਬਤੀਤ ਕਰਦਾ ਹੈ, ਉਹ ਪਰਮ ਸੁੱਖ ਨੂੰ ਮਾਣਦਾ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਤੇ ਗੁਰੂ ਸਾਹਿਬ ਆਖਦੇ ਨੇ, ਹੇ ਨਾਨਕ, ਬ੍ਰਹਮ ਗਿਆਨੀ ਦੇ ਉੱਚੀ ਆਤਮਿਕ ਅਵਸਥਾ ਕਦੇ ਨਾਸ ਨਹੀਂ ਹੁੰਦੀ। ਕਿ ਉਹਦਾ ਜੋ ਆਨੰਦ ਹੈ, ਨਾਮ ਜਪ ਕੇ ਜੋ ਆਨੰਦ ਦੀ ਪ੍ਰਾਪਤੀ ਹੈ, ਉਹਦੇ ਵਿੱਚ ਕਦੇ ਵੀ ਕਮੀ ਨਹੀਂ ਹੁੰਦੀ। ਕਿਉਂਕਿ ਜਿਵੇਂ ਜਿਵੇਂ ਵਾਹਿਗੁਰੂ ਨੂੰ ਸਿਮਰਦਾ ਹੈ, ਉਹਦੀ ਜੋ ਆਤਮਿਕ ਉੱਚੀ ਅਵਸਥਾ ਹੈ, ਉਹ ਉਸੇ ਤਰ੍ਹਾਂ ਉਹਦੇ ਵਿੱਚੋਂ ਨਾਮ ਜਪ ਜਪ ਕੇ ਆਨੰਦ ਲੈਂਦਾ। ਜੋ ਆਤਮਿਕ ਅਵਸਥਾ ਉਹਦੀ ਬਣ ਗਈ, ਉਹ ਫਿਰ ਕਦੇ ਨਾਸ ਨਹੀਂ ਹੁੰਦੀ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹਿਤਾ। ਬ੍ਰਹਮ ਗਿਆਨੀ ਮਨੁੱਖ ਅਕਾਲ ਪੁਰਖ ਦਾ ਮਹਿਰਮ ਬਣ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਬ੍ਰਹਮ ਗਿਆਨੀ ਏਕ ਸੰਗ ਹਿਤਾ, ਅਤੇ ਇੱਕੋ ਵਾਹਿਗੁਰੂ ਦੇ ਨਾਲ ਪਿਆਰ ਕਰਦਾ ਹੈ। ਇੱਕੋ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਵਿੱਚ ਉਹਦਾ ਹਿਰਦਾ, ਉਹਦਾ ਮਨ ਰੰਗਿਆ ਰਹਿੰਦਾ ਹੈ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਤੇ ਬ੍ਰਹਮ ਗਿਆਨੀ ਦੇ ਮਨ ਵਿੱਚ ਸਦਾ ਬੇਫਿਕਰੀ ਰਹਿੰਦੀ ਹੈ। ਚਿੰਤਾ ਤੋਂ ਰਹਿਤ ਹੋ ਕੇ ਜੀਵਨ ਬਤੀਤ ਕਰਦਾ। ਜਿੱਥੇ ਅਸੀਂ ਆਮ ਮਨੁੱਖ ਚਿੰਤਾ ਫਿਕਰਾਂ ਵਿੱਚ ਜੀਵਨ ਜਿਉਂਦੇ ਹਾਂ, ਬ੍ਰਹਮ ਗਿਆਨੀ ਚਿੰਤਾ ਫਿਕਰ ਤੋਂ ਰਹਿਤ ਹੋ ਕੇ ਜੀਵਨ ਬਤੀਤ ਕਰਦਾ ਹੈ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਤੇ ਉਹਦਾ ਭਰੋਸਾ ਵਿਸ਼ਵਾਸ ਬਣ ਜਾਂਦਾ ਹੈ। ਜੋ ਕੁਝ ਕਰਨਾ ਹੈ, ਅਕਾਲ ਪੁਰਖ ਵਾਹਿਗੁਰੂ ਨੇ ਕਰਨਾ ਹੈ। ਉਹ ਕੇਵਲ ਤਾਂ ਕੇਵਲ ਦਿਨ ਰਾਤ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦਾ ਹੈ, ਉਹਦੀ ਇਬਾਦਤ ਕਰਦਾ ਹੈ। ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਮੰਤ ਤੋਂ ਭਾਵ ਹੈ ਮੰਤਰ, ਉਸ ਦਾ ਉਪਦੇਸ਼ ਵੀ ਹੋਰਨਾਂ ਨੂੰ ਪਵਿੱਤਰ ਕਰਨ ਵਾਲਾ ਹੁੰਦਾ ਹੈ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਪਰ ਗੁਰੂ ਸਾਹਿਬ ਨੇ ਸਮਝਾਇਆ, ਉਹੀ ਮਨੁੱਖ ਬ੍ਰਹਮ ਗਿਆਨੀ ਬਣਦਾ ਹੈ ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ, ਜਿਹਦੇ ਤੇ ਆਪ ਕਿਰਪਾ ਕਰਦਾ ਹੈ। ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਦਾ ਬੜਾ ਨਾਮਣਾ ਹੋ ਜਾਂਦਾ ਹੈ। ਉਹਦਾ ਸੰਸਾਰ ਤੇ ਤੇਜ ਪ੍ਰਤਾਪ ਵੱਧਦਾ। ਨਾਮ ਜਪ ਕੇ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹਨੂੰ ਜਾ ਕੇ ਸੋਭਾ ਮਿਲਦੀ ਹੈ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਬ੍ਰਹਮ ਗਿਆਨੀ ਦਾ ਦੀਦਾਰ ਵੱਡੇ ਭਾਗਾਂ ਦੇ ਨਾਲ ਨਸੀਬ ਹੁੰਦਾ ਹੈ, ਵੱਡੇ ਭਾਗਾਂ ਦੇ ਨਾਲ। ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਤੇ ਬ੍ਰਹਮ ਗਿਆਨੀ ਤੋਂ ਸਦਾ ਸਦਕੇ ਜਾਈਏ। ਕਿਉਂਕਿ ਜਿਸ ਨੇ ਨਾਮ ਜਪ ਕੇ ਬ੍ਰਹਮ ਨੂੰ ਜਾਣ ਲਿਆ, ਜਿਹਦੀ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਬਣ ਗਈ ਹੈ, ਗੁਰੂ ਸਾਹਿਬ ਆਖਦੇ ਨੇ, ਜਿਹਦੇ ਦਰਸ਼ਨ ਵੱਡੇ ਭਾਗਾਂ ਦੇ ਨਾਲ ਨਸੀਬ ਹੁੰਦੇ ਨੇ, ਉਹਦੇ ਤੋਂ ਸਦਾ ਕੁਰਬਾਨ ਭਾਈ ਸਦਕੇ ਜਾ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਹੁਣ ਦੇਖੋ, ਗੁਰੂ ਸਾਹਿਬ ਨੇ ਹੋਰ ਮਾਣ ਵਡਿਆਈ ਦਿੰਦੇ ਹੋਏ ਸਮਝਾਉਣਾ ਕੀਤਾ ਹੈ ਵੀ ਸ਼ਿਵ ਆਦਿਕ ਦੇਵਤੇ ਵੀ ਬ੍ਰਹਮ ਗਿਆਨੀ ਨੂੰ ਭਾਲਦੇ ਫਿਰਦੇ ਨੇ। ਮਹੇਸ਼ਰ ਤੋਂ ਭਾਵ ਹੈ ਮਹਾ ਈਸ਼ਰ, ਸ਼ਿਵ ਜੀ ਆਦਿਕ ਦੇਵਤੇ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ। ਨਾਨਕ ਅਕਾਲ ਪੁਰਖ ਵਾਹਿਗੁਰੂ ਆਪ ਬ੍ਰਹਮ ਗਿਆਨੀ ਦਾ ਰੂਪ ਹੈ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ। ਤੇ ਬ੍ਰਹਮ ਗਿਆਨੀ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਕਿਉਂਕਿ ਬੇਅੰਤ ਗੁਣਾਂ ਦਾ ਮਾਲਕ ਬ੍ਰਹਮ ਗਿਆਨੀ ਬਣ ਜਾਂਦਾ ਹੈ ਨਾਮ ਜਪ ਕੇ। ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ, ਸਾਰੇ ਹੀ ਗੁਣ ਬ੍ਰਹਮ ਗਿਆਨੀ ਦੇ ਅੰਦਰ ਵਸਦੇ ਹਨ। ਸਾਰੇ ਸ਼ੁਭ ਗੁਣਾਂ ਦਾ ਮਾਲਕ ਬ੍ਰਹਮ ਗਿਆਨੀ ਬਣ ਜਾਂਦਾ ਹੈ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਕਿਹੜਾ ਮਨੁੱਖ ਬ੍ਰਹਮ ਗਿਆਨੀ ਦੀ ਉੱਚੀ ਜ਼ਿੰਦਗੀ ਦਾ ਭੇਤ ਪਾ ਸਕਦਾ ਹੈ? ਗੁਰੂ ਸਾਹਿਬ ਆਖਦੇ ਨੇ, ਨਹੀਂ। ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਬ੍ਰਹਮ ਗਿਆਨੀ ਦੇ ਅੱਗੇ ਸਦਾ ਨਿਉਣਾ ਹੀ ਫਬਦਾ ਹੈ, ਕਿਉਂਕਿ ਉਹਦਾ ਕੋਈ ਭੇਤ ਨਹੀਂ ਪਾ ਸਕਦਾ। ਬ੍ਰਹਮ ਗਿਆਨੀ ਨੂੰ ਵੀ ਪੂਰਨ ਤੌਰ ਤੇ ਜਾਣਿਆ ਨਹੀਂ ਜਾ ਸਕਦਾ, ਕਿਉਂਕਿ ਨਾਮ ਜਪ ਕੇ ਬੇਅੰਤ ਪ੍ਰਭੂ ਦਾ, ਉਹ ਬੇਅੰਤ ਗੁਣਾ ਦਾ ਮਾਲਕ ਬਣ ਜਾਂਦਾ ਹੈ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਦੀ ਮਹਿਮਾ ਦਾ ਅੱਧਾ ਅੱਖਰ ਵੀ ਨਹੀਂ ਕਿਹਾ ਜਾ ਸਕਦਾ। ਕਹਿਣ ਤੋਂ ਭਾਵ ਉਹਦੀ ਮਹਿਮਾ ਨੂੰ ਜੇ ਕੋਈ ਬਿਆਨ ਕਰਨ ਦਾ ਯਤਨ ਕਰੇ ਤੇ ਬਿਆਨ ਨਹੀਂ ਕਰ ਸਕਦਾ। ਅੱਧਾ ਅੱਖਰ ਵੀ ਉਹਦੀ ਮਹਿਮਾ ਬਾਬਤ ਬਿਆਨ ਨਹੀਂ ਕੀਤਾ ਜਾ ਸਕਦਾ। ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਤੇ ਬ੍ਰਹਮ ਗਿਆਨੀ ਸਾਰੇ ਜੀਵਾਂ ਦੇ ਲਈ ਪੂਜਿਆ, ਸਤਿਕਾਰਯੋਗ ਹੈ।
सारे जीवों ਲਈ ਆਦਰਨੀ ਹੈ। ब्रह्म ज्ञानी की मित कौन बखानै, ब्रह्म ज्ञानी की गत ब्रह्म ज्ञानी जाने। ब्रह्म ज्ञानी की उच्ची जिंदगी का अंदाजा कौन ला सकता है। गुरु साहब ने इत्थे वडियाई दिती है ब्रह्म ज्ञानी नूं भी ओहदा जो जीवन है उच्ची ते सुच्ची जो जीवन वो जिंदगी संसार अंदर जिउंदा है ओहदा कोई अंदाजा नहीं ला सकता। ब्रह्म ज्ञानी की गत ब्रह्म ज्ञानी जाने, उसकी हालत उस वर्गा ब्रह्म ज्ञानी ही जान सकता है जो ओहदे ही वर्गा है जिहदी अकाल पुरख वाहिगुरू दे नाल सांझ बन गई है। जिन्हें ब्रह्म नूं जान लिया उही ओहदा कह सकते हैं उन्हें पूर्ण तौर पर जान सकता है। ब्रह्म ज्ञानी का अंत ना पार, नानक ब्रह्म ज्ञानी को सदा नमस्कार। ब्रह्म ज्ञानी के गुणों के समुंदर का कोई हद बन्ना नहीं। फिर सरवण करियो, ब्रह्म ज्ञानी के गुणों के समुंदर का कोई हद बन्ना नहीं। वो समुंदर रूप हो जाता है, उहदे गुणों का अंत नहीं पाया जा सकता। नानक ब्रह्म ज्ञानी को सदा नमस्कार। गुरु साहब आखदे ने, हे नानक सदा ब्रह्म ज्ञानी के चरनां ते नमस्कार कर जो बेअंत गुणों का मालिक है, जो नाम जप के अकाल पुरख वाहिगुरू का रूप हो गया। ब्रह्म ज्ञानी सब सृष्टि का करता, ब्रह्म ज्ञानी सत जीवै नहीं मरता। ब्रह्म ज्ञानी सारे जगत का बनाउण वाला है। ब्रह्म ज्ञानी सत जीवै नहीं मरता, सदा ही जिउंदा है, कदे जन्म मरण की गेड़ विच नहीं आउंदा। हुण गुरु साहब ने इत्थे समझाउणा कीता है, ब्रह्म ज्ञानी सत जीवै नहीं मरता, सदा ही जिउंदा है, कदे जन्म मरण के गेड़ विच नहीं आउंदा। ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता। ब्रह्म ज्ञानी मुक्ति का राह दस्सण वाला ते उच्ची आत्मक जिंदगी का देण वाला है। ब्रह्म ज्ञानी पूर्ण पुरख विधाता, ओही पूर्ण पुरख ते कादर है। वाहिगुरू नूं जानण वाला पूरा स्वामी सिरजनहार है। ब्रह्म ज्ञानी अनाथ का नाथ, ब्रह्म ज्ञानी का सब ऊपर हाथ। ब्रह्म ज्ञानी निखसमियां दा खसम है, अनाथां नूं पालण वाला है। ब्रह्म ज्ञानी का सब ऊपर हाथ ते ब्रह्म ज्ञानी सब दी सहायता करता है, सारियां दी सहायता करन वाला है। वाहिगुरू नूं जानण वाले दा रखिया करन वाला हथ समूह मनुख जाति उत्ते है। जिसने वाहिगुरू नूं जान लिया है, ब्रह्म ज्ञानी दा सुभाव परोपकारी बन जाता है। हर वक्त वो दूजियां दा भला लोचदा है, भला करदा है, क्योंकि जीवन परोपकारी बन गया नाम जप के। ब्रह्म ज्ञानी दा हर कीता होया काम सरबत दे भले लई, क्योंकि ब्रह्म ज्ञानी केवल अपने लिए नहीं जींदा, ब्रह्म ज्ञानी दा जिउणा सरबत दे भले लई बन जाता है। अगे सतगुरु जी ने कृपा की है, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार। सारा दिसदा संसार ब्रह्म ज्ञानी दा अपना है। सारे जीवां दे नाल एक रस एक रूप प्यार करता है ब्रह्म ज्ञानी। ब्रह्म ज्ञानी आप निरंकार। हुण गुरु साहब ने मान बख्शदे होया ब्रह्म ज्ञानी नूं दसदे ने, सतगुरु जी ब्रह्म ज्ञानी दा प्रतक आप ही रब है, क्योंकि नाम जप के ओदी वाहिगुरू दे विच अभेदता हो गई। ब्रह्म ज्ञानी की शोभा ब्रह्म ज्ञानी बनी। ब्रह्म ज्ञानी दी महिमा कोई ब्रह्म ज्ञानी ही कर सकदा है। ओदी शोभा नूं कोई जे बयान कर सकदा है ते ओदे वर्गा कोई ब्रह्म ज्ञानी ही बयान कर सकदा है। नानक ब्रह्म ज्ञानी सर्व का धनी, धनी तो भावे मालक। हे नानक ब्रह्म ज्ञानी सब जीवां दा मालक है। देखो सतगुरु जी ने इस पूरी अष्टपदी विच सतगुरु जी ने ब्रह्म ज्ञानी की महिमा तो सानू जाणू कराया है। जिसनों ब्रह्म नूं जान लिया है, जिहदी वाहिगुरू दे नाल अभेदता हो गई है, जो नाम जप के वाहिगुरू विच अभेद हो गया, जिसदा हिरदा वाहिगुरू दे नाम विच रंगिया गया। सतगुरु जी ने पूरी अष्टपदी विच सानू अनेकां उदाहरणां दे के सतगुरु जी ने सानू जाणू करवाया है। सो आपां भी अरदास करिए सतगुरु जी अगे, सतगुरु जी कृपा करन, सानू भी नाम दी दात बख्शिश करन। विसर नाहीं दातार, अपना नाम देहो, गुण गावां दिन रात।
ਨਾਨਕ ਚਾਓ ਇਹੋ ਭੁਲਾਂ ਚੁਕਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।